ਅਸੀਂ ਕਰ ਰਹੇ ਹਾਂ ਹੁਣ ਬੀਐਡ ਫਸਟ ਈਅਰ ਦਾ ਜੋ ਸਾਡਾ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ, ਜਿਹਦੇ ਵਿੱਚ ਆਪਾਂ ਆਪਣੀ ਜਿਹੜੀ 3rd ਯੂਨਿਟ ਉਹ ਸਟਾਰਟ ਕਰ ਚੁੱਕੇ ਹਾਂ ਤੇ ਲਾਸਟ ਲੈਕਚਰ ਵਿੱਚ ਆਪਾਂ ਗੱਲ ਕੀਤੀ ਸੀਗੀ ਜਿਹੜੀ ਟੀਚਿੰਗ ਮੈਥਡ ਆਫ ਪੋਇਟਰੀ ਕਿ ਜਿਹੜਾ ਕਵਿਤਾ ਨੂੰ ਪੜ੍ਹਾਉਣ ਦਾ ਤਰੀਕਾ ਹੈ, ਕਵਿਤਾ ਅਧਿਆਪਨ ਦੇ ਜਿਹੜੇ ਕਿਹੜੀ ਵਿਧੀਆਂ ਨਾਲ ਆਪਾਂ ਪੜ੍ਹਾ ਸਕਦੇ ਹਾਂ ਕਵਿਤਾ ਨੂੰ। ਆਪਾਂ ਕੁਛ ਉਹਦੇ ਵਿੱਚ ਕੀਤੀਆਂ ਸੀਗੀਆਂ ਜਿਵੇਂ ਗੀਤ ਜਾਂ ਨਾਟ ਪ੍ਰਣਾਲੀ ਤੇ ਸ਼ਬਦਾਰਥ ਪ੍ਰਣਾਲੀ ਤੇ ਵਿਆਖਿਆ ਪ੍ਰਣਾਲੀ, ਇਹੋ ਜਿਹੀਆਂ ਕੁਛ ਆਪਾਂ ਵਿਧੀਆਂ ਦੀ ਗੱਲ ਕੀਤੀ ਸੀਗੀ। ਤੇ ਹੁਣ ਇਸ ਲੈਕਚਰ ਵਿੱਚ ਆਪਾਂ ਗੱਲ ਕਰਾਂਗੇ ਸਟੈਪਸ ਆਫ ਪੋਇਟਰੀ ਟੀਚਿੰਗ ਕਿ ਜਿਹੜੇ ਪੋਇਟਰੀ ਟੀਚ ਕਰਨੀ ਆ, ਜਿਹੜਾ ਕਵਿਤਾ ਦਾ ਆਪਾਂ ਅਧਿਆਪਨ ਕਰਵਾਉਣਾਗਾ ਉਹਦੇ ਕਿਹੜੇ ਕਿਹੜੇ ਸਟੈਪਸ ਨੇ। ਤਾਂ ਆਪਾਂ ਡਾਇਰੈਕਟਲੀ ਸਟੈਪਸ ਤੇ ਚੱਲਦੇ ਹਾਂ, ਸਮਾਂ ਨਾ ਖਰਾਬ ਕਰਦੇ ਹੋਏ ਆਪਣਾ ਸਟੈਪਸ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਫਸਟ ਪੁਆਇੰਟ ਦੀ ਗੱਲ ਕਰਦੇ ਹਾਂ ਪ੍ਰਸਤਾਵਨਾ ਜਾਂ ਫਿਰ ਜਾਣ ਪਹਿਚਾਣ। ਜਿਹੜੇ ਦਾ ਫਸਟ ਸਟੈਪ ਹੈ ਉਹ ਹੈਗਾ ਗਾ ਪ੍ਰਸਤਾਵਨਾ ਜਾਂ ਫਿਰ ਜਾਣ ਪਹਿਚਾਣ, ਇੰਟਰੋਡਕਸ਼ਨ ਦੇਣੀ, ਕਵਿਤਾ ਬਾਰੇ ਜਾਣ ਪਹਿਚਾਣ ਕਰਵਾਉਣੀ, ਕਵੀ ਬਾਰੇ ਜਾਣ ਪਹਿਚਾਣ ਕਰਵਾਉਣੀ, ਉਹਦੀ ਇੰਟਰੋਡਕਸ਼ਨ ਦੇਣੀ। ਤਾਂ ਪ੍ਰਸਤਾਵਨਾ ਜਾਂ ਫਿਰ ਕਵੀ ਜਿਹੜੀ ਕਵਿਤਾ ਦੀ ਜਾਣ ਪਹਿਚਾਣ ਉਹਦੇ ਵਿੱਚ ਕੀ ਆ ਸਕਦਾ ਹੈ ਕਿ ਕਾਵਿ ਅਧਿਆਪਨ ਦੀ ਜਿਹੜੀ ਸਫਲਤਾ ਹੈ ਉਹਦੇ ਲਈ ਅਸੀਂ ਅਧਿਆਪਕ ਆਪਣੀ ਪੂਰੀ ਤਿਆਰੀ ਨਾਲ ਕਲਾਸ 'ਚ ਆਉਣਾ ਚਾਹੀਦਾ ਹੈ। ਉਹਨੂੰ ਕਵਿਤਾ ਦੀ ਜਿਹੜੀ ਪੂਰੀ ਜਾਣਕਾਰੀ ਆ ਉਹ ਰੱਖਣੀ ਚਾਹੀਦੀ ਹੈ, ਕਿਸ ਕਵੀ ਦੁਆਰਾ ਲਿਖੀ ਗਈ ਹੈ, ਕੀ ਇਸ ਕਵਿਤਾ ਨੂੰ ਲਿਖਣ ਦਾ ਮੋਟਿਵ ਹੈ, ਜਾਂ ਫਿਰ ਇਸ ਕਵਿਤਾ ਦੁਆਰਾ ਜਿਹੜਾ ਕਵੀ ਆ ਉਹ ਕੀ ਮੈਸੇਜ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈਗਾ। ਇਸ ਕਰਕੇ ਕਵੀ ਨੂੰ ਜਿਹੜਾ ਅਧਿਆਪਕ ਹੈ ਉਹਨੂੰ ਪੂਰੀ ਤਿਆਰੀ ਕਰਕੇ ਆਉਣੀ ਚਾਹੀਦੀ ਹੈ ਕਲਾਸ ਵਿੱਚ ਕਵੀ ਦੀ ਕਵਿਤਾ ਦੀ ਇੰਟਰੋਡਕਸ਼ਨ ਦੇਣ ਵਾਸਤੇ, ਕਵਿਤਾ ਨਾਲ ਬੱਚਿਆਂ ਦੀ ਪ੍ਰਸਤਾਵਨਾ ਜਾਂ ਫਿਰ ਜਾਣ ਪਛਾਣ ਦੱਸਣ ਲਈ। ਕਾਵਿ ਅਧਿਆਪਨ ਦਾ ਮੂਲ ਉਦੇਸ਼ ਹੁੰਦਾ ਜਿਹੜਾ ਉਹ ਵਿਦਿਆਰਥੀਆਂ ਵਿੱਚ ਸਹਿਜਵਾਦ ਨੂੰ ਜਿਹੜਾ ਜਾਗਰਿਤ ਕਰਨਾ ਹੁੰਦਾ ਹੈ, ਤਾਂ ਜੋ ਵਿਦਿਆਰਥੀ ਨੇ ਉਹ ਪੂਰੇ ਆਨੰਦ ਨਾਲ ਤੇ ਪੂਰੇ ਰਸ ਦੀ ਪ੍ਰਾਪਤੀ ਨਾਲ ਜਿਹੜਾ ਕਵਿਤਾ ਦਾ ਆਨੰਦ ਮਾਣ ਸਕਣ। ਪ੍ਰਸਤਾਵਨਾ ਦਾ ਆਰੰਭ ਹੈ ਜਿਹੜਾ ਉਹ ਇਸ ਢੰਗ ਨਾਲ ਕਰਨਾ ਚਾਹੀਦਾ ਹੈ ਕਿ ਵਿਦਿਆਰਥੀ ਜਿਹੜੇ ਨੇ ਉਹ ਕਵਿਤਾ ਵਿੱਚ ਆਪਣੇ ਆਪ ਰੁਚੀ ਲੈਣ ਲੱਗ ਜਾਣ ਤੇ ਇੰਨਾ ਰੋਚਕ ਜਿਹੜੀ ਉਹਦੀ ਜਾਣ ਪਹਿਚਾਣ ਆ ਉਹ ਬਣਾਉਣੀ ਚਾਹੀਦੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਜਿਹੜਾ ਇਹ ਨਾ ਲੱਗੇ ਕਿ ਇਹ ਪੜ੍ਹਨਾ ਸਾਡੇ ਲਈ ਬੋਝ ਹੈ, ਸਗੋਂ ਦੀ ਉਹਨਾਂ ਨੂੰ ਖੇਡ ਖੇਡ ਵਿੱਚ ਹੀ ਸਿਖਾ ਦੇਣਾ ਚਾਹੀਦਾ ਹੈ। ਔਰ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਚਾਹੀਦਾ ਕਿ ਅਸੀਂ ਸਿੱਖ ਵੀ ਗਏ ਆ। ਤਾਂ ਵਿਦਿਆਰਥੀ ਮਤਲਬ ਇਸ ਤਰੀਕੇ ਨਾਲ ਵਿਦਿਆਰਥੀ ਨੂੰ ਜਿਹੜਾ ਪੜ੍ਹਾਉਣਾ ਆਰੰਭ ਕਰਨਾ ਚਾਹੀਦਾ ਹੈ ਕਿ ਵਿਦਿਆਰਥੀ ਆਪਣਾ ਇੰਟਰਸਟ ਬਣਾ ਲੈਣ ਉੱਥੇ ਤੇ ਉਹ ਆਪਣੀ ਪੂਰੀ ਲਗਨ ਨਾਲ ਉਸ ਚੀਜ਼ ਨੂੰ ਪੜ੍ਹਨ। ਤੇ ਜਿਹੜੀਆਂ ਪ੍ਰਸਤਾਵਨਾ ਦੀ ਗੱਲ ਕੀਤੀ ਤਾਂ ਪ੍ਰਸਤਾਵਨਾ ਵਿੱਚ ਆਪਾਂ ਜਿਹੜੀ ਕਵਿਤਾ ਦੀ ਪ੍ਰਸਤਾਵਨਾ ਉਹ ਕਿਹੜੀਆਂ ਵਿਧੀਆਂ ਰਾਹੀਂ ਮਤਲਬ ਕਿਹੜੇ ਕਿਹੜੇ ਸਟੈਪ ਰਾਹੀਂ ਆਪਾਂ ਕਰਵਾ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਥੇ ਕਵੀ ਦੀ ਜਾਣ ਪਹਿਚਾਣ, ਕਿ ਸਾਨੂੰ ਕਵਿਤਾ ਪਾਠ ਕਰਵਾਉਣ ਲਈ ਜਿਹੜੀ ਕਵੀ ਦੀ ਜਾਣ ਪਹਿਚਾਣ ਉਹ ਕਰਵਾਉਣੀ ਬਹੁਤ ਜ਼ਰੂਰੀ ਹੈ। ਸਾਨੂੰ ਦੱਸਣਾ ਚਾਹੀਦਾ ਕਿ ਕਿਸ ਕਵੀ ਦੁਆਰਾ ਇਹ ਜਿਹੜੀ ਕਵਿਤਾ ਲਿਖੀ ਗਈ ਹੈ, ਤਾਂ ਕਿਹੜੀ ਸ਼ੈਲੀ ਦੀ ਉਹਨੇ ਵਰਤੋਂ ਕੀਤੀ ਗਈ ਹੈ, ਕਵੀ ਦੀ ਸ਼ੈਲੀ, ਉਹਦੇ ਜਿਹੜੇ ਕਵੀ ਦੁਆਰਾ ਤੱਤ ਜਿਹੜੇ ਉਹਦੇ ਵਿੱਚ ਪ੍ਰਯੋਗ ਕੀਤੇ ਗਏ ਨੇ ਉਹਨਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਔਰ ਕਵੀ ਦਾ ਕਵਿਤਾ ਲਿਖਣ ਦਾ ਜਿਹੜਾ ਮੁੱਖ ਉਦੇਸ਼ ਕੀ ਹੈ, ਕਿਸ ਮੰਤਵ ਲਈ ਉਹ ਕਵਿਤਾ ਕਵੀ ਦੁਆਰਾ ਲਿਖੀ ਗਈ ਹੈ, ਉਹਦੇ ਲਈ ਜਿਹੜੇ ਵਿਦਿਆਰਥੀਆਂ ਨੂੰ ਉਸ ਕਵਿਤਾ ਦੀ ਉਸ ਕਵੀ ਦੀ ਜਿਹੜੀ ਜਾਣਕਾਰੀ ਹੈ, ਕਵੀ ਦੀ ਜਿਹੜੀ ਜਾਣ ਪਹਿਚਾਣ ਉਹ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਕਵਿਤਾ ਸਿੱਖਿਆ ਦਾ ਜਿਹੜਾ ਮੁੱਖ ਉਦੇਸ਼ ਹੁੰਦਾ ਗਾ ਉਹ ਹੁੰਦਾ ਵਿਦਿਆਰਥੀਆਂ ਵਿੱਚ ਸੁੰਦਰਤਾ ਬੋਧ ਕਰਾਉਣਾ। ਇਸ ਲਈ ਸਾਨੂੰ ਜਿਹੜੀ ਕਵਿਤਾ ਦੀ ਇੰਟਰੋਡਕਸ਼ਨ ਹੈ, ਜਿਹੜੀ ਉਹਦੀ ਕਵੀ ਦੀ ਜਾਣ ਪਹਿਚਾਣ ਉਹ ਬੜੇ ਹੀ ਸੁਚੱਜੇ ਢੰਗ ਨਾਲ ਜਿਹੜੀ ਵਿਦਿਆਰਥੀਆਂ ਨੂੰ ਕਰਵਾ ਦੇਣੀ ਚਾਹੀਦੀ ਹੈ, ਤਾਂ ਜੋ ਵਿਦਿਆਰਥੀ ਇੰਟਰੋਡਕਸ਼ਨ ਤੋਂ ਪਿੱਛੋਂ ਤੇ ਉਸ ਕਵੀ ਬਾਰੇ ਹੋਰ ਜਾਣਨ ਲਈ ਖੁਦ ਉਤਸੁਕ ਹੋ ਜਾਣ, ਉਹਨਾਂ ਦੇ ਮਨ ਵਿੱਚ ਉਸ ਕਵੀ ਨੂੰ ਜਾਣਨ ਲਈ ਜਿਹੜੇ ਹੋਰ ਸਵਾਲ ਨੇ ਉਹ ਪੈਦਾ ਹੋਣ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਮੁੱਖ ਵਿਸ਼ੇ ਦੀ ਜਾਣ ਪਹਿਚਾਣ। ਮੁੱਖ ਵਿਸ਼ੇ ਦੀ ਜਾਣ ਪਹਿਚਾਣ ਤਾਂ ਇਸ ਵਿੱਚ ਕੀ ਆ ਕਿ ਆਪਾਂ ਜਿਸ ਵੀ ਵਿਸ਼ੇ ਉੱਤੇ ਜਿਹੜੀ ਟੌਪਿਕ ਲਿਖੀ ਗਈ ਹੈ ਆਪਾਂ ਉਸ ਵਿਸ਼ਾ ਦਾ ਜਿਹੜਾ ਮੁੱਖ ਵਿਸ਼ਾ ਵਾ ਉਹਦੀ ਜਾਣ ਪਹਿਚਾਣ ਕਰਾਉਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੁੱਖ ਵਿਸ਼ਾ ਜਿਵੇਂ ਕਿ ਹੁਣ ਕਿਸੇ ਵੀ ਕਵਿਤਾ ਦਾ ਜਿਹੜਾ ਨਾਮ ਹੁੰਦਾ ਵਾ ਉਹਦੇ ਕੇਂਦਰੀ ਭਾਵ ਉੱਤੇ ਨਿਰਭਰ ਕਰਦਾ, ਮਤਲਬ ਉਹਦੇ ਕੇਂਦਰੀ ਭਾਵ ਨੂੰ ਮੁੱਖ ਰੱਖਦੇ ਹੋਏ ਧਿਆਨ ਵਿੱਚ ਰੱਖਦੇ ਹੋਏ ਕਵਿਤਾ ਦਾ ਜਿਹੜਾ ਨਾਮ ਆ ਉਹ ਲਿਖਿਆ ਜਾਂਦਾ। ਇਸ ਕਰਕੇ ਸਾਨੂੰ ਜਿਹੜਾ ਉਹਦਾ ਮੁੱਖ ਵਿਸ਼ਾ ਹੈ, ਜਿਹੜਾ ਉਹਦਾ ਕੇਂਦਰੀ ਭਾਵ ਹੈ, ਉਹਦੀ ਜਿਹੜੀ ਜਾਣਕਾਰੀ ਉਹ ਦੇਣੀ ਬਹੁਤ ਜ਼ਰੂਰੀ ਹੈ ਕਿ ਅਗਰ ਅਸੀਂ ਜਿਹੜੀ ਕਵਿਤਾ ਪੜ੍ਹ ਰਹੇ ਹਾਂ ਤਾਂ ਜਿਹੜਾ ਕਵਿਤਾ ਦਾ ਵਿਸ਼ਾ ਉਹ ਕਿਸ ਤਰੀਕੇ ਦਾ ਵਿਸ਼ਾ, ਉਸ ਵਿਸ਼ੇ ਰਾਹੀਂ
ਜਿਹੜਾ ਕਵੀ ਆ ਉਹ ਕੀ ਕਹਿਣਾ ਚਾਹੁੰਦਾ ਗਾ, ਲੋਕਾਂ ਦਾ ਕੀ ਸੁਨੇਹਾ ਪਹੁੰਚਾਉਣਾ ਚਾਹੁੰਦਾ। ਜਿਵੇਂ ਆਪਾਂ ਉਦਾਹਰਣ ਦੇ ਤੌਰ ਤੇ ਗੱਲ ਕਰਦੇ ਹਾਂ ਕਿ ਭਾਈ ਵੀਰ ਸਿੰਘ ਦੁਆਰਾ ਇੱਕ ਲਿਖੀ ਗਈ ਕਵਿਤਾ ਸਮਾਂ, ਉਹਦੇ ਵਿੱਚ ਉਹਨੇ ਸਮੇਂ ਦੀ ਗੱਲ ਕੀਤੀ ਹੈ, ਜਿਵੇਂ ਉਹਦਾ ਮੁੱਖ ਵਿਸ਼ਾ ਰਿਹਾ ਸਮਾਂ। ਤਾਂ ਸਾਨੂੰ ਸਮੇਂ ਦੀ ਜਿਹੜੀ ਇੰਟਰੋਡਕਸ਼ਨ ਹੈ, ਸਮੇਂ ਨਾਲ ਇੱਕ ਬੱਚਿਆਂ ਦੀ ਜਾਣ ਪਹਿਚਾਣ ਕਰਾਉਣੀ ਜ਼ਰੂਰੀ ਹੈ ਕਿ ਜਿਹੜਾ ਸਮਾਂ ਸ਼ਬਦ ਉਹਨਾਂ ਨੇ ਵਰਤਿਆ ਉਹ ਕਿਸ ਲਈ ਵਰਤਿਆ, ਔਰ ਸਾਨੂੰ ਇਸ ਕਵਿਤਾ ਰਾਹੀਂ ਉਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿ ਉਹ ਸਾਨੂੰ ਸਮੇਂ ਦੀ ਕਦਰ ਕਰਨ ਦਾ ਜਿਹੜਾ ਮੈਸੇਜ ਉਹ ਭਾਈ ਸਾਹਿਬ ਦੇਣਾ ਚਾਹੁੰਦੇ ਨੇ। ਇਸ ਕਰਕੇ ਕੀ ਹੈ, ਜਿਹੜਾ ਉਹਦਾ ਕੇਂਦਰੀ ਵਿਸ਼ਾ ਹੁੰਦਾ ਜਾਂ ਫਿਰ ਆਪਾਂ ਕਹਿ ਲਈਏ ਕਿ ਮੁੱਖ ਵਿਸ਼ਾ ਹੁੰਦਾ ਗਾ, ਉਹਦੀ ਜਿਹੜੀ ਜਾਣਕਾਰੀ ਉਹ ਬੱਚਿਆਂ ਨੂੰ ਦੇਣੀ ਚਾਹੀਦੀ ਹੈ, ਤਾਂ ਜੋ ਬੱਚਿਆਂ ਦਾ ਜਿਹੜਾ ਇੰਟਰਸਟ ਆ ਉਹ ਅੱਗੇ ਕਵਿਤਾ ਪੜ੍ਹਨ ਵਿੱਚ ਬਣਿਆ ਰਹੇ। ਅੱਗੇ ਆਪਾਂ ਗੱਲ ਕਰਦੇ ਹਾਂ ਅੱਖਰ ਬੋਧ ਵਿਧੀ। ਅੱਖਰ ਬੋਧ ਵਿਧੀ ਨੂੰ ਆਪਾਂ ਕਿਵੇਂ ਲੈ ਸਕਦੇ ਹਾਂ, ਸੌਰੀ ਅੱਖਰ ਬੋਧ ਵਿਧੀ ਨਹੀਂ, ਅਰਥ ਬੋਧ ਵਿਧੀ, ਅੱਖਰ ਬੋਧ ਵਿਧੀ ਨਹੀਂ, ਅਰਥ ਬੋਧ ਵਿਧੀ। ਅਰਥ ਬੋਧ ਵਿਧੀ ਮਤਲਬ ਉਸ ਚੀਜ਼ਾਂ ਦੇ ਅਰਥ ਦੱਸ ਕੇ, ਇਸ ਵਿੱਚ ਅਧਿਆਪਕ ਨੂੰ ਕਵਿਤਾ ਪੜ੍ਹਾਉਣ ਤੋਂ ਪਹਿਲਾਂ ਜਿਹੜੇ ਕਵਿਤਾ ਦੇ ਵਿੱਚ ਔਖੇ ਸ਼ਬਦ ਹੁੰਦੇ ਹਨ, ਔਖੇ ਸ਼ਬਦਾਂ ਦੇ ਜਿਹੜੇ ਅਰਥ ਆ ਉਹ ਬੱਚਿਆਂ ਨੂੰ ਦੱਸੇ ਜਾਣੇ ਬਹੁਤ ਜ਼ਰੂਰੀ ਹੈ, ਤਾਂ ਜੋ ਕਵਿਤਾ ਪੜ੍ਹਾਉਂਦੇ ਸਮੇਂ ਜਿਹੜੇ ਵਿਦਿਆਰਥੀ ਹੁੰਦੇ ਨੇ ਉਹਨਾਂ ਨੂੰ ਕਵਿਤਾ ਸਮਝਣ ਵਿੱਚ ਕੋਈ ਦਿੱਕਤ ਨਾ ਆਵੇ, ਉਹਨਾਂ ਨੂੰ ਔਖੇ ਸ਼ਬਦਾਂ ਦੇ ਅਰਥ ਦੱਸੇ ਜਾਣ, ਜਿਹੜੇ ਲਾਈਨਾਂ ਨੇ ਪੂਰੀਆਂ ਲਾਈਨਾਂ ਦੇ ਜਿਹੜੇ ਉਹਨਾਂ ਨੇ ਅਰਥ ਉਹ ਵਿਦਿਆਰਥੀਆਂ ਨੂੰ ਦੱਸੇ ਜਾਣ। ਤੇ ਜਦੋਂ ਵਿਦਿਆਰਥੀ ਕਵਿਤਾ ਪੜ੍ਹਨ ਤਾਂ ਉਹਨਾਂ ਨੂੰ ਪੜ੍ਹਨ ਵਿੱਚ ਜਿਹੜੇ ਅਰਥ ਸਮਝਣ ਵਿੱਚ ਕੋਈ ਪ੍ਰੋਬਲਮ ਨਾ ਆਵੇ, ਤੇ ਉਹਨਾਂ ਦੀ ਜਿਹੜੀ ਹਰ ਇੱਕ ਲਾਈਨ ਦੀ ਜਿਹੜੀ ਵਿਆਖਿਆ ਉਹ ਵੀ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਸਮਝਾਈ ਜਾਵੇ। ਵਿਆਖਿਆ ਕਰਕੇ ਹਰ ਇੱਕ ਸ਼ਬਦ ਦੀ, ਹਰ ਇੱਕ ਲਾਈਨ ਦੀ ਜਿਹੜੀ ਅਰਥ ਨੇ ਉਹ ਵਿਦਿਆਰਥੀਆਂ ਤੱਕ ਪਹੁੰਚਾਏ ਜਾਣ, ਤਾਂ ਜੋ ਇਸ ਵਿਧੀ ਰਾਹੀਂ ਜਦੋਂ ਵਿਦਿਆਰਥੀ ਨੂੰ ਅਧਿਆਪਕ ਕੋਈ ਵੀ ਕਵਿਤਾ ਸਮਝਾਉਂਦਾ ਗਾ ਤਾਂ ਉਹ ਜਿਹੜੇ ਕਵਿਤਾ ਦੇ ਅਸਲੀ ਉਦੇਸ਼ ਹੁੰਦੇ ਨੇ, ਅਸਲੀ ਉਦੇਸ਼ਾਂ ਤੱਕ ਵਿਦਿਆਰਥੀ ਪਹੁੰਚ ਸਕਦਾ ਹੈ। ਤਾਂ ਅਧਿਆਪਕ ਵਿਦਿਆਰਥੀ ਨੂੰ ਉਹਦੇ ਅਸਲੀ ਉਦੇਸ਼ਾਂ ਤੋਂ ਜਿਹੜਾ ਜਾਣੂ ਕਰਵਾ ਸਕਦਾ ਹੈ। ਇਸ ਕਰਕੇ ਕਿਹਾ ਗਿਆ ਹੈ ਕਿ ਜਿਹੜੀ ਅਰਥ ਬੋਧ ਵਿਧੀ ਆ ਇਹ ਕਾਫੀ ਹੱਦ ਤੱਕ ਉਪਯੋਗੀ ਮੰਨੀ ਗਈ ਹੈ, ਕਵਿਤਾ ਨੂੰ ਸਹੀ ਅਰਥ, ਕਵਿਤਾ ਦੇ ਸਹੀ ਉਦੇਸ਼ਾਂ ਨੂੰ, ਕਵਿਤਾ ਦੇ ਸਹੀ ਅਰਥਾਂ ਨੂੰ ਵਿਦਿਆਰਥੀਆਂ ਨੂੰ ਸਮਝਾਉਣ ਲਈ। ਅੱਗੇ ਆਪਾਂ ਗੱਲ ਕਰਦੇ ਹਾਂ ਪ੍ਰਸ਼ਨ ਪੁੱਛ ਕੇ। ਇਹਦਾ ਚੌਥਾ ਪੁਆਇੰਟ ਆਉਂਦਾ ਗਾ ਪ੍ਰਸ਼ਨ ਪੁੱਛ ਕੇ। ਇਹਦੇ ਵਿੱਚ ਕੀ ਆ, ਵਿਦਿਆਰਥੀਆਂ ਨੂੰ ਪੜ੍ਹਾਉਂਦੇ ਕਵਿਤਾ ਪਾਠ ਕਰਵਾਉਂਦੇ ਵਿਦਿਆਰਥੀਆਂ ਤੋਂ ਵਿੱਚੋਂ ਕੀ ਆ ਉਸ ਦੇ ਰਿਗਾਰਡਿੰਗ ਪ੍ਰਸ਼ਨ ਪੁੱਛੇ ਜਾਣੇ ਚਾਹੀਦੇ ਨੇ। ਹੁਣ ਜਿਸ ਲਾਈਨ ਦੀ, ਜਿਹੜੀਆਂ ਲਾਈਨ ਦੀਆਂ ਵਿਆਖਿਆ ਅਧਿਆਪਕ ਦੁਆਰਾ ਕੀਤੀ ਜਾਂਦੀ ਆ ਤਾਂ ਉਹੀ ਲਾਈਨ ਦੇ ਉੱਤੇ ਕੁਝ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਇਸ ਨਾਲ ਇਹ ਫਾਇਦਾ ਹੁੰਦਾ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਹੈ, ਅਧਿਆਪਕ ਨੂੰ ਪਤਾ ਲੱਗ ਜਾਂਦਾ ਹੈ ਕਿ ਵਿਦਿਆਰਥੀ ਨੇ ਕਿੰਨਾ ਕੁ ਜਿਹੜਾ ਵਿਆਖਿਆ ਦਾ, ਕਿੰਨੀ ਕੁ ਕਵਿਤਾ ਉਹਦੇ ਸਮਝ ਵਿੱਚ ਆਈ ਹੈ। ਅਗਰ ਕਿੱਥੇ ਉਸ ਨੂੰ ਸਮਝਣ ਵਿੱਚ ਦਿੱਕਤ ਆ ਰਹੀ ਆ ਤਾਂ ਉਸ ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਜਿਹੜਾ ਸਮਝਾਇਆ ਜਾ ਸਕਦਾ ਹੈ। ਇਸ ਕਰਕੇ ਜਿਹੜੀ ਪ੍ਰਸ਼ਨ ਉੱਤਰ ਵਿਧੀ ਆ ਉਹਨੂੰ ਵੀ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ ਕਵਿਤਾ ਦੇ ਸਹੀ ਅਰਥਾਂ ਨੂੰ ਔਰ ਸਹੀ ਉਦੇਸ਼ਾਂ ਨੂੰ ਬੱਚਿਆਂ ਦੇ ਰੂਬਰੂ ਕਰਾਉਣ ਵਾਸਤੇ। ਅੱਗੇ ਆਪਾਂ ਗੱਲ ਕਰਦੇ ਹਾਂ ਮੂਲ ਕਵਿਤਾ ਦੇ ਪਾਠ ਦੁਆਰਾ। ਮੂਲ ਕਵਿਤਾ ਦੇ ਪਾਠ ਦੁਆਰਾ ਕਿ ਜਿਸ ਵੀ ਆਪਾਂ ਕਵਿਤਾ ਦੇ ਬੱਚੇ ਨੂੰ ਜਾਣਕਾਰੀ ਦੇਣੀ ਹੈ, ਜੋ ਵੀ ਆਪਾਂ ਕਵਿਤਾ ਪਾਠ ਬੱਚੇ ਨੂੰ ਕਰਵਾਉਣਾਗਾ ਤਾਂ ਪ੍ਰੋਫੈਸਰ ਹੈਡੋ ਕਹਿੰਦੇ ਨੇ, ਪ੍ਰੋਫੈਸਰ ਹੈਡੋ ਦੇ ਅਨੁਸਾਰ ਜਿਹੜੀਆਂ ਬਾਕੀ ਵਿਧੀਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਬਾਕੀ ਵਿਧੀਆਂ 'ਚ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਦੋਸ਼ ਉਹ ਜ਼ਰੂਰ ਹੈਗਾ। ਤਾਂ ਇਸ ਕਰਕੇ ਸਾਨੂੰ ਜਿਹੜੀ ਵਿਧੀ ਹੈ ਮੂਲ ਕਵਿਤਾ ਦੇ ਪਾਠ ਦੁਆਰਾ, ਇਹ ਇੱਕ ਬਹੁਤ ਹੀ ਜਿਹੜੀ ਵਧੀਆ ਵਿਧੀ ਹੈ ਬੱਚਿਆਂ ਨੂੰ ਕਵਿਤਾ ਪਾਠ ਕਰਾਉਣ ਦੀ। ਉਹਦੇ ਅਨੁਸਾਰ ਜਿਹੜੀ ਕਾਵਿ ਸਿੱਖਿਆ ਲਈ ਉਚਿਤ ਜਿਹੜਾ ਵਾਤਾਵਰਨ ਹੈ ਉਤਪੰਨ ਕਰਨ ਲਈ ਹੋਰ ਸਾਧਨਾਂ ਦੇ ਥਾਂ ਤੇ ਸਾਨੂੰ ਡਾਇਰੈਕਟਲੀ ਜਿਹੜੀ ਕਵਿਤਾ ਆਪਾਂ ਪੜ੍ਹਾਉਣੀ ਆ, ਮਤਲਬ ਮੂਲ ਕਵਿਤਾ ਦੇ ਪਾਠ ਦਾ ਉਚਾਰਨ ਸ਼ੁਰੂ ਕਰ ਦੇਣਾ ਚਾਹੀਦਾ। ਜਿਹੜੀ ਕਵਿਤਾ ਆਪਾਂ ਪੜ੍ਹਾਉਣੀ ਆ, ਜਿਸ ਕਵਿਤਾ ਬਾਰੇ ਆਪਾਂ ਦੱਸਣੀ ਆ, ਉਸੇ ਹੀ ਕਵਿਤਾ ਦਾ ਜਿਹੜਾ ਪਾਠ ਆ ਉਹ ਸਾਨੂੰ ਕਲਾਸ ਵਿੱਚ ਸ਼ੁਰੂ ਕਰ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਦਾ ਅਗਰ ਆਪਾਂ ਉਹਨੂੰ ਕੋਈ ਸਮਾਂਤਰ ਕਵਿਤਾ ਲੈ ਕੇ ਚੱਲਦੇ ਹਾਂ ਜਾਂ ਪਹਿਲਾਂ ਸ਼ਬਦਾਰਥ ਕਰਦੇ ਹਾਂ ਜਾਂ ਪਹਿਲਾਂ ਸਿੱਖਿਕ ਲਾਈਨ ਦੀ ਵਿਆਖਿਆ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਹੈ, ਇਹਦਾ ਜਿਹੜਾ ਸਮਾਂ ਥੋੜਾ ਉਹ ਖਰਾਬ ਹੁੰਦਾ ਗਾ।
ਕਰਨ ਦੀ ਬਜਾਏ ਸਾਨੂੰ ਸਮੇਂ ਦੀ ਬਚਤ ਕਰਨੀ ਚਾਹੀਦੀ ਹੈ ਤੇ ਸਾਨੂੰ ਡਾਇਰੈਕਟ ਹੀ ਜਿਹੜੀ ਕਵਿਤਾ ਦਾ ਪਾਠ ਕਰਨਾ, ਸਾਨੂੰ ਉਹਦਾ ਪਾਠ ਕਰਨਾ ਸਟਾਰਟ ਕਰ ਦੇਣਾ ਚਾਹੀਦਾ ਹੈ। ਪਰੰਤੂ ਸਾਡੇ ਵਿਚਾਰ ਅਨੁਸਾਰ 2-4 ਮਿੰਟ ਲਗਾ ਕੇ ਅਧਿਆਪਕ ਨੂੰ ਪੜ੍ਹਾਈ ਜਾਣ ਵਾਲੀ ਜਿਹੜੀ ਕਵਿਤਾ ਦੇ ਅਨੁਕੂਲ ਵਾਤਾਵਰਨ ਉਸਾਰਨ ਲਈ ਕੋਈ ਨਾ ਕੋਈ ਜਿਹੜਾ ਨਵਾਂ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ। ਉੱਥੇ ਜਿਹੜਾ ਮਾਹੌਲ ਹੈ ਉਹ ਇਸ ਤਰੀਕੇ ਦਾ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਵਿਦਿਆਰਥੀਆਂ ਦੀ ਰੁਚੀ ਆ ਉਹ ਆਪਣੇ ਆਪ ਕਵਿਤਾ ਪੜ੍ਹਨ ਵਿੱਚ ਜਾਗਦੀ ਰਹੇ ਤੇ ਉਹ ਸਟੈਪ ਬਾਏ ਸਟੈਪ ਆ ਜਿਹੜਾ ਕਵਿਤਾ ਪੜ੍ਹ ਕੇ ਉਹਦੇ ਜਿਹੜੇ ਅਰਥ ਆ ਜਾਂ ਜਿਹੜਾ ਉਦੇਸ਼ ਆ ਉਹ ਪ੍ਰਾਪਤ ਕਰ ਸਕਣ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਅੱਗੇ ਦੂਸਰਾ ਪੁਆਇੰਟ ਆਉਂਦਾ, ਪਹਿਲਾਂ ਆਪਾਂ ਜਾਣ ਪਹਿਚਾਣ ਕੀਤਾ ਤੇ ਦੂਸਰਾ ਆਪਾਂ ਕਰਦੇ ਹਾਂ ਕਵਿਤਾ ਦਾ ਵਾਚਨ। ਜਿਹੜਾ ਦੂਸਰਾ ਪੁਆਇੰਟ ਆਉਂਦਾ ਗਾ ਉਹ ਆਉਂਦਾ ਗਾ ਕਵਿਤਾ ਦਾ ਵਾਚਨ, ਕਿ ਸਾਨੂੰ ਕਵਿਤਾ ਜਿਹੜਾ ਪਾਠ ਆ ਉਹ ਬੱਚਿਆਂ ਤੋਂ ਕਰਵਾਉਣਾ ਚਾਹੀਦਾ ਹੈ ਜਾਂ ਫਿਰ ਅਧਿਆਪਕ ਦੁਆਰਾ ਖੁਦ ਕਵਿਤਾ ਦਾ ਜਿਹੜਾ ਵਾਚਨ ਆ ਉਹ ਕਰਨਾ ਚਾਹੀਦਾ ਗਾ। ਸਿੱਖਿਆ ਦੀ ਸਫਲਤਾ ਤੇ ਅਸਫਲਤਾ ਦਾ ਜਿਹੜਾ ਸਿਹਰਾ ਹੈਗਾ ਉਹ ਚੰਗੇ ਵਾਚਨ ਉੱਪਰ ਨਿਰਭਰ ਕਰਦਾ ਹੈ, ਕਿਉਂਕਿ ਅਗਰ ਜੇਕਰ ਅਧਿਆਪਕ ਇੱਕ ਸਹੀ ਰੂਪ ਵਿੱਚ ਵਾਚਨ ਵਿਦਿਆਰਥੀਆਂ ਦੁਆਰਾ ਕਰਵਾਉਂਦਾ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਨੂੰ ਜੋ ਵੀ ਵਿਸ਼ਾ ਵਸਤੂ ਹੈ ਉਹ ਜਲਦੀ ਸਮਝ ਚ ਆਉਂਦਾ ਹੈ। ਇਸ ਲਈ ਜਿੱਥੇ ਵਿਦਿਆਰਥੀਆਂ ਨੂੰ ਕੋਈ ਚੀਜ਼ ਸਮਝ ਨਾ ਆ ਰਹੀ ਹੋਵੇ ਤਾਂ ਉਸ ਟਾਈਮ ਅਧਿਆਪਕ ਦੁਆਰਾ ਜਿਹੜਾ ਆਦਰਸ਼ ਵਾਚਨ ਉਹ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਧਿਆਪਕ ਦਾ ਪਹਿਲਾ ਕਾਰਜ ਹੈ ਵਾਚਨ ਨੂੰ ਸਹੀ ਤਰੀਕੇ ਨਾਲ ਕਰਨਾ ਤੇ ਸਹੀ ਤਰੀਕੇ ਨਾਲ ਵਾਚਨ ਨੂੰ ਕਰਵਾਉਣਾ। ਗੱਲ ਚਾਹੇ ਕਿਸੇ ਵੀ ਕਲਾਸ ਦੀ ਹੋਵੇ, ਚਾਹੇ ਛੋਟੀ ਸ਼੍ਰੇਣੀ ਦੀ ਹੋਵੇ, ਚਾਹੇ ਫਿਰ ਵੱਡੀਆਂ ਸ਼੍ਰੇਣੀਆਂ ਦੀ ਹੋਵੇ, ਉੱਥੇ ਜਿਹੜਾ ਉੱਤਮ ਵਾਚਨਾ ਬਹੁਤ ਜ਼ਿਆਦਾ ਜਿਹੜਾ ਮਾਇਨੇ ਰੱਖਦਾ ਹੈ ਕਿਸੇ ਵੀ ਵਿਸ਼ੇ ਵਸਤੂ ਨੂੰ ਚੰਗੀ ਤਰੀਕੇ ਨਾਲ ਸਮਝਣ ਵਾਸਤੇ। ਇਸ ਕਰਕੇ ਅਧਿਆਪਕ ਨੂੰ ਖੁਦ ਨੂੰ ਜਿਹੜਾ ਉੱਤਮ ਵਾਚਨ ਹੋਣਾ ਚਾਹੀਦਾ ਹੈ, ਤਾਂ ਹੀ ਤਾਂ ਅੱਗੇ ਜਿਹੜਾ ਅਧਿਆਪਕ ਆ ਫਿਰ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਇੱਕ ਉੱਤਮ ਵਾਚਨ ਤੇ ਇੱਕ ਆਦਰਸ਼ ਵਾਚਨ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ। ਤੇ ਅਧਿਆਪਕ ਦੇ ਉੱਤਮ ਵਾਚਨ ਉੱਤੇ ਬਹੁਤ ਕੁਝ ਅਧਿਆਪਕ ਉੱਤੇ ਨਿਰਭਰ ਕਰਦਾ ਹੈ। ਬਹੁਤ ਸਾਰੀਆਂ ਜਿਹੜੇ ਉੱਤਮ ਵਾਚਨ ਕਰਨ ਦੇ ਤਰੀਕੇ ਨੇ, ਕਿਸ ਕਿਸ ਤਰੀਕੇ ਨਾਲ ਜਿਹੜਾ ਉੱਤਮ ਵਾਚਨ ਕੀਤਾ ਜਾ ਸਕਦਾ ਹੈ। ਵਾਚਨ ਹੈ ਜਿਹੜਾ ਉਹ 3 ਪ੍ਰਕਾਰ ਨਾਲ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗਾ ਕੇ ਲੈ ਅਨੁਸਾਰ ਵਾਚਨ। ਕਿਸੇ ਕਵਿਤਾ ਦਾ ਜੋ ਕੋਈ ਕਵਿਤਾ ਬਾਲ ਗੀਤਾਂ ਦੇ ਰੂਪ ਵਿੱਚ ਹੁੰਦੀ ਆ, ਉਹਨੂੰ ਇੱਕ ਕਵਿਤਾ ਨੂੰ ਸੰਗੀਤਮਈ ਧੁਨ ਵਿੱਚ ਗਾ ਕੇ ਉਹਦਾ ਜਿਹੜਾ ਵਾਚਨ ਉਹ ਕੀਤਾ ਜਾ ਸਕਦਾ ਹੈ ਔਰ ਜਿਹੜਾ ਵਿਦਿਆਰਥੀਆਂ ਤੋਂ ਕਰਵਾਇਆ ਜਾ ਸਕਦਾ ਹੈ। ਦੂਸਰਾ ਕਵਿਤਾ ਦੇ ਭਾਵਾਂ ਅਨੁਸਾਰ ਉੱਚੀ ਪਾਠ। ਕਵਿਤਾ ਦੇ ਭਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਕਵਿਤਾ ਦਾ ਜਿਹੜਾ ਅਧਿਆਪਕ ਦੁਆਰਾ ਆਦਰਸ਼ ਉੱਚੀ ਵਾਚਨ ਕੀਤਾ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਕੀ ਆ ਵਿਦਿਆਰਥੀਆਂ ਦੁਆਰਾ ਉਹ ਜਿਹੜਾ ਵਾਚਨ ਉਹ ਕਰਵਾਇਆ ਜਾ ਸਕਦਾ ਹੈ। ਤੀਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਭਾਵਾਂ ਦੇ ਨਾਲ ਆਪਾਂ ਕਵਿਤਾ ਦੇ ਸਹੀ ਅਰਥ ਦੂਸਰਿਆਂ ਨੂੰ ਦੱਸਣ ਲਈ ਜਿਹੜੀਆਂ ਸਰੀਰਕ ਅੰਗਾਂ ਦੀ ਜਿਹੜੀ ਸਹਾਇਤਾ ਹੈ ਉਹ ਸਰੀਰਕ ਅੰਗਾਂ ਦਾ ਜਿਹੜਾ ਸੰਚਾਲਨ ਉਹ ਕਰ ਸਕਦੇ ਹਾਂ, ਮਤਲਬ ਆਪਦੀ ਜਿਹੜੀ ਬੋਡੀ ਲੈਂਗੁਏਜ ਉਹ ਯੂਜ਼ ਕਰ ਸਕਦੇ ਹਾਂ, ਕਿਉਂਕਿ ਜਿਹੜੇ ਕਵਿਤਾ ਮੋਸਟਲੀ ਕੀ ਹੁੰਦੀਆਂ ਨੇ ਭਾਵ ਪ੍ਰਧਾਨ ਹੁੰਦੀਆਂ ਨੇ। ਇਸ ਕਰਕੇ ਉਹਨਾਂ ਨੂੰ ਜਿਹੜਾ ਇੱਕ ਫੀਲ ਕੀਤਾ ਜਾ ਸਕਦਾ, ਉਹਨਾਂ ਦੀ ਜਿਹੜੀ ਫੀਲਿੰਗ ਹੈ ਕਵਿਤਾ ਦੀ ਉਹ ਆਪਾਂ ਬੋਡੀ ਅੰਗਾਂ ਦੇ ਸੰਚਾਲਨ ਨਾਲ ਆਪਾਂ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜੀ ਬੱਚਿਆਂ ਨੂੰ ਦੱਸ ਸਕਦੇ ਹਾਂ। ਇਸ ਕਰਕੇ ਉੱਥੇ ਕੀ ਆ ਬੋਡੀ ਅੰਗਾਂ ਦਾ ਜਿਹੜਾ ਆਪਣੇ ਜਿਹੜੇ ਸਰੀਰਕ ਅੰਗਾਂ ਨਾਲ ਉਹਨਾਂ ਦਾ ਸੰਚਾਲਨ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਆਪਾਂ ਗਾ ਕੇ ਗੱਲ ਕਰੀਏ ਤਾਂ ਗਾ ਕੇ ਜਿਹੜੀ ਆਪਾਂ ਕਵਿਤਾ ਬੱਚਿਆਂ ਨੂੰ ਸੁਣਾਉਣੀ ਹੈ ਜਾਂ ਸੁਣਨੀ ਹੈ ਤਾਂ ਛੋਟੀਆਂ ਕਲਾਸਾਂ ਲਈ ਵਧੀਆ ਰਹਿੰਦੀ ਹੈ। ਵੱਡੀਆਂ ਕਲਾਸਾਂ ਵਿੱਚ ਕੀ ਹੈਗਾ ਜਿਹੜੇ ਭਾਵ ਆ ਉਹ ਬੱਚਿਆਂ ਨੂੰ ਸਮਝਾਉਣੇ ਬਹੁਤ ਜ਼ਿਆਦਾ ਜ਼ਰੂਰੀ ਹਨ। ਇਸ ਪ੍ਰਕਾਰ ਲੋੜ ਅਨੁਸਾਰ ਕਵਿਤਾ ਦੇ ਭਾਵਾਂ ਨੂੰ ਵਿਦਿਆਰਥੀਆਂ ਨੂੰ ਸਮਝਾਉਣ ਵਾਸਤੇ ਸਾਨੂੰ ਕੀ ਆ ਆਪਣੇ ਜਿਹੜੇ ਸਰੀਰਕ ਅੰਗਾਂ ਦਾ ਸੰਚਾਲਨ ਉਹ ਵੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਭਾਵ ਪ੍ਰੀਖਿਆ। ਜਿਹੜਾ ਇਹਦਾ ਤੀਸਰਾ ਪੁਆਇੰਟ ਆਉਂਦਾ ਗਾ ਉਹ ਆਉਂਦਾ ਗਾ ਭਾਵ ਪ੍ਰੀਖਿਆ ਦਾ। ਭਾਵ ਪ੍ਰੀਖਿਆ ਦਾ ਮਤਲਬ ਕੀ ਮਾਇਨੇ ਰੱਖਦਾ ਹੈ ਟੀਚਿੰਗ ਆਫ ਪੋਇਟਰੀ ਵਿੱਚ। ਜੇਕਰ ਕਵਿਤਾ ਵਾਚਨ ਪ੍ਰਭਾਵਸ਼ਾਲੀ ਹੋਏਗਾ ਤਾਂ ਹੀ ਜੋ ਵਿਦਿਆਰਥੀ ਕਵਿਤਾ ਨੂੰ ਭਲੀ ਭਾਂਤੀ ਸਮਝ ਸਕਦੇ ਨੇ, ਕਵਿਤਾ ਦੇ ਜਿਹੜੇ ਭਾਵ ਆ ਉਹਨੂੰ ਭਲੀ ਭਾਂਤੀ ਜਿਹੜੇ ਉਹ ਸਮਝ ਸਕਦੇ ਨੇ। ਜੇਕਰ ਵਾਚਨ ਵਧੀਆ ਹੋਵੇਗਾ, ਵਾਚਨ ਕਰਦੇ ਸਮੇਂ ਜਿਹੜੀ ਬੱਚਿਆਂ ਨੂੰ ਜਿਹੜੀ ਸਮਝ ਆ ਸਕਦੀ ਹੈ। ਕਵਿਤਾ ਦੇ ਕੇਂਦਰੀ ਭਾਵ ਦੀ ਸਮਝ ਪਰਖਣ ਤੋਂ ਬਾਅਦ ਅਧਿਆਪਕ ਵਿਦਿਆਰਥੀਆਂ ਤੋਂ 2-3 ਜਿਹੜੇ ਪ੍ਰਸ਼ਨ ਪੁੱਛ ਸਕਦਾ। ਉਹ ਪ੍ਰਸ਼ਨਾਂ ਦੀ ਗਿਣਤੀ 2-3 ਵੀ ਹੋ ਸਕਦੀ ਹੈ, ਇਸ ਤੋਂ ਜਿਹੜੀ ਜ਼ਿਆਦਾ ਵੀ ਹੋ ਸਕਦੀ ਹੈ। ਕਵਿਤਾ ਦੇ ਭਾਵਾਂ ਬਾਰੇ ਪੁੱਛ ਸਕਦਾ ਹੈ ਕਿ ਜੋ ਆਪਾਂ ਕਵਿਤਾ ਪੜ੍ਹ ਰਹੇ ਹਾਂ ਇਸਦਾ ਜਿਹੜਾ ਕੇਂਦਰੀ ਭਾਵ ਦੱਸਣ ਤੋਂ ਬਾਅਦ ਜਿਹੜੀਆਂ ਬਾਕੀ
ਕੀ ਉਸਦੀਆਂ ਲਾਈਨਸ ਦੇ ਭਾਵ ਨੇ ਉਹ ਪੁੱਛ ਸਕਦਾ ਹੈ। ਕਵਿਤਾ ਦੀ ਸ਼ੈਲੀ ਬਾਰੇ ਜਿਹੜੇ ਉਹ ਕੁਐਸਚਨ ਕਰ ਸਕਦਾ ਹੈ ਤੇ ਜੇਕਰ ਬੱਚੇ ਠੀਕ ਉੱਤਰ ਦੇ ਦਿੰਦੇ ਨੇ ਤਾਂ ਗੱਲ ਉੱਥੇ ਹੀ ਠੀਕ ਹੈ। ਅਗਰ ਨਹੀਂ ਉਹ ਉੱਤਰ ਦੇਣ 'ਚ ਸਮਰੱਥ ਹੁੰਦੇ, ਉਹਨਾਂ ਨੂੰ ਨਹੀਂ ਸਮਝ ਆ ਰਹੀ ਹੁੰਦੀ ਤਾਂ ਅਧਿਆਪਕ ਨੂੰ ਇੱਕ ਵਾਰ ਫੇਰ ਤੋਂ ਜਿਹੜਾ ਚੰਗੀ ਤਰ੍ਹਾਂ ਉਹ ਵਾਚਨ ਕਰਨਾ ਚਾਹੀਦਾ, ਚੰਗੀ ਤਰ੍ਹਾਂ ਜਿਹੜੀ ਕਵਿਤਾ ਉਹ ਬੱਚਿਆਂ ਨੂੰ ਸਮਝਾਉਣੀ ਚਾਹੀਦੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਆਤਮੀਕਰਨ, ਵਿਆਖਿਆ ਤੇ ਵਿਚਾਰ ਵਟਾਂਦਰਾ ਜਾਂ ਵਿਚਾਰ ਵਿਸ਼ਲੇਸ਼ਣ। ਆਪਾਂ ਗੱਲ ਕਰਾਂਗੇ ਕਿ ਆਤਮੀਕਰਨ, ਵਿਚਾਰ ਵਿਸ਼ਲੇਸ਼ਣ ਤੇ ਵਿਆਖਿਆ। ਆਤਮੀਕਰਨ ਭਾਵ ਪ੍ਰੀਖਿਆ ਪਿੱਛੋਂ ਅਧਿਆਪਕ ਵਿਸਤ੍ਰਿਤ ਵਿਆਖਿਆ ਕਰਦਾ ਹੈ। ਵਿਸਤ੍ਰਿਤ ਵਿਆਖਿਆ ਵਿੱਚ ਅਧਿਆਪਕ ਦੁਆਰਾ ਔਖੇ ਸ਼ਬਦਾਂ ਦੇ ਅਰਥ ਦੱਸੇ ਜਾਂਦੇ ਨੇ, ਲਾਈਨਾਂ ਦੇ ਜਿਹੜੇ ਅਰਥ ਨੇ ਉਹ ਸਮਝਾਏ ਜਾਂਦੇ ਨੇ। ਮਤਲਬ ਇੱਕ ਖੰਡ ਬਣਾ ਕੇ ਵਿਆਖਿਆ ਕਰਨ ਤੋਂ ਬਾਅਦ ਸਾਰੇ ਖੰਡਾਂ ਦੀ ਜਿਹੜੀ ਇਕੱਠੀ ਵਿਆਖਿਆ ਗੀ ਉਹ ਕੀਤੀ ਜਾਂਦੀ ਹੈ। ਇਸ ਤੇ ਵਿਚਾਰ ਜਿਹੜੇ ਬਣਦੇ ਨੇ, ਵਿਚਾਰਾਂ ਦਾ ਇੱਥੇ ਵਿਸ਼ਲੇਸ਼ਣ ਕੀਤਾ ਜਾਂਦਾ, ਉਹਨਾਂ ਨੂੰ ਐਨਾਲਾਈਜ਼ ਕੀਤਾ ਜਾਂਦਾ ਗਾ ਤੇ ਲੋੜ ਪੈਣ ਤੇ ਜਿਹੜੇ ਔਖੇ ਸ਼ਬਦ ਨੇ ਉਹਨਾਂ ਦੇ ਅਰਥ ਦੱਸ ਕੇ ਉਹਨਾਂ ਦੀ ਜਿਹੜੀ ਵਰਤੋਂ ਆ ਉਹਦੇ ਬਾਰੇ ਵੀ ਜਿਹੜਾ ਅਧਿਆਪਕ ਦੁਆਰਾ ਦੱਸਿਆ ਜਾ ਸਕਦਾ ਹੈ। ਤੇ ਜਦੋਂ ਇੱਥੇ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੇ ਜਿਹੜੇ ਸ਼ਬਦ ਆ ਉਹਨਾਂ ਦੇ ਜਦੋਂ ਅਰਥ ਦੱਸੇ ਜਾਣ, ਜੋ ਕਿ ਉਹਨਾਂ ਦੇ ਅਰਥ ਜਿਹੜੇ ਉਹ ਸਹੀ ਤਰੀਕੇ ਨਾਲ ਦੱਸੇ ਜਾਣ, ਸਹੀ ਉਦੇਸ਼ਾਂ ਨੂੰ ਪੂਰੇ ਕਰਦੇ ਹੋਏ ਦੱਸੇ ਜਾਣ, ਤਾਂ ਕਿ ਜਿਹੜੀ ਕਵਿਤਾ ਦੀ ਭਾਵ ਸੁੰਦਰਤਾ ਉਹ ਹੋਰ ਵੀ ਨਿਖਰ ਕੇ ਸਾਹਮਣੇ ਆ ਸਕੇ। ਵਿਆਕਰਣ ਦੇ ਨਿਯਮਾਂ ਦੀ ਚਰਚਾ ਇੱਥੇ ਆਪਾਂ ਗੱਲ ਕਰੀਏ ਕਿ ਬਹੁਤਾ ਜ਼ਿਆਦਾ ਮਾਇਨੇ ਨਹੀਂ ਰੱਖਦੀ। ਇੱਥੇ ਸਾਨੂੰ ਕਵਿਤਾ ਦੀ ਜਿਹੜੀ ਸੁੰਦਰਤਾ ਹੈ, ਕਵਿਤਾ ਦੇ ਜਿਹੜੇ ਭਾਵਾਂ ਦੀ ਸੁੰਦਰਤਾ ਹੈ, ਸਾਨੂੰ ਉਸ ਤੇ ਜਿਹੜਾ ਗੌਰ ਕਰਨਾ ਉਹ ਜ਼ਰੂਰੀ ਹੈ। ਵਿਆਖਿਆ ਕਰਦੇ ਸਮੇਂ ਬਾਹਰੀ ਦ੍ਰਿਸ਼ਟਾਂਤ ਤੇ ਜਿਹੜਾ ਸਹਾਇਕ ਸਾਮਗਰੀ ਹੁੰਦੀ ਆ ਉਹਦਾ ਪ੍ਰਯੋਗ ਜਿੱਥੋਂ ਤੱਕ ਸੰਭਵ ਹੋ ਸਕਦਾ ਘੱਟ ਕੀਤਾ ਜਾਵੇ, ਕਿਉਂਕਿ ਉੱਥੇ ਜਿਹੜੀ ਸਮੇਂ ਦੀ ਬਚਤ ਉਹ ਸਮੇਂ ਦੀ ਬਚਤ ਕਰਨੀ ਜ਼ਰੂਰੀ ਹੈ। ਵਿਆਖਿਆ ਕਰਨ ਨਾਲ ਜਿਹੜਾ ਸਮਾਂ ਉਹ ਥੋੜਾ ਜ਼ਿਆਦਾ ਲੱਗਦਾ, ਇਸ ਕਰਕੇ ਜਿਹੜੀ ਐਕਸਟਰਾ ਸਾਮਗਰੀ ਹੈ ਉਹਦੀ ਜਿਹੜੀ ਵਰਤੋਂ ਉਹ ਜਿੱਥੋਂ ਹੋ ਸਕੇ ਘੱਟ ਕੀਤਾ ਜਾਵੇ। ਸਾਡਾ ਜਿਹੜਾ ਮੇਨ ਮਕਸਦ ਹੁੰਦਾ ਗਾ ਉਹ ਕਵਿਤਾ ਪਾਠ ਦੁਆਰਾ ਜਿਹੜੇ ਬੱਚਿਆਂ ਦੀ ਕਲਪਨਾ ਸ਼ਕਤੀ ਹੁੰਦੀ ਆ ਤੇ ਜਿਹੜੀ ਭਾਵਨਾ ਹੁੰਦੀ ਆ, ਜਿਹੜੇ ਭਾਵਾਤਮਕ ਉਹਨਾਂ ਦੇ ਵਿਚਾਰ ਹੁੰਦੇ, ਉਹਨਾਂ ਨੂੰ ਤੇਜ਼ ਕਰਨਾ ਹੁੰਦਾ, ਉਹਨਾਂ ਦਾ ਜਿਹੜਾ ਵਿਕਾਸ ਕਰਨਾ ਹੁੰਦਾ। ਅੱਗੇ ਆਪਾਂ ਗੱਲ ਕਰਦੇ ਹਾਂ ਇਹਦੇ 5th ਪੁਆਇੰਟ ਦੀ, ਸੁੰਦਰਤਾ ਬੋਧ। ਜਿਹੜਾ ਇਹਦਾ 5th ਸਟੈਪ ਹੈ ਸੁੰਦਰਤਾ ਬੋਧ। ਕਵਿਤਾ ਸਿੱਖਿਆ ਵਿੱਚ ਸ਼ਬਦਾਂ ਦੇ ਅਰਥ ਦੱਸਣ ਵਿੱਚ ਵਧੇਰੇ ਸਮਾਂ ਲਗਾ ਕੇ ਸੁੰਦਰਤਾ ਸਪਸ਼ਟ ਕਰਨ ਵਿੱਚ ਵਧੇਰੇ ਸਮਾਂ ਦੇਣਾ ਚਾਹੀਦਾ ਗਾ, ਕਿਉਂਕਿ ਜਿਹੜੀ ਕਵਿਤਾ ਹੈਗੀ ਉਹ ਡਿਪੈਂਡ ਕਿੱਥੇ ਕਰਦੀ ਆ, ਭਾਵਾਂ ਦੀ ਸੁੰਦਰਤਾ ਤੇ ਡਿਪੈਂਡ ਕਰਦੀ ਆ। ਜਿੰਨੀ ਅਸੀਂ ਵਧੀਆ ਤਰੀਕੇ ਨਾਲ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਜਿਹੜੇ ਉਹਦੇ ਭਾਵ ਨੇ, ਜਿਹੜੀ ਕਵਿਤਾ ਦੀ ਸੁੰਦਰਤਾ ਹੈ ਉਹਦੇ ਬਾਰੇ ਦੱਸ ਸਕਦੇ ਹਾਂ, ਉਨੇ ਹੀ ਜ਼ਿਆਦਾ ਜਿਹੜੀ ਬੱਚਿਆਂ ਦੀ ਜਿਹੜੀ ਰੁਚੀ ਆ ਉਹ ਕਵਿਤਾ ਵਾਚਨ ਵਿੱਚ ਪੈਦਾ ਹੁੰਦੀ ਹੈ। ਤੇ ਇੱਥੇ ਇੱਕ ਵਿਸ਼ਲੇਸ਼ਣਾਤਮਕ ਜਿਹੜੇ ਪ੍ਰਸ਼ਨ ਨੇ, ਵਿਸ਼ਲੇਸ਼ਣਾਤਮਕ ਪ੍ਰਸ਼ਨਾਂ ਦੀ ਸਹਾਇਤਾ ਨਾਲ ਜੋ ਕਵਿਤਾ ਦੇ ਭਾਵ ਨੇ, ਕਵੀ ਦੇ ਭਾਵਾਂ ਨਾਲ ਬੱਚਿਆਂ ਦੀ ਜਿਹੜੀ ਜਾਣਕਾਰੀ ਉਹ ਕਰਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਸ ਕਵਿਤਾ ਲਿਖਣ ਦਾ ਕਵੀ ਦਾ ਕੀ ਮਕਸਦ ਹੈ, ਕਵੀ ਦੂਜਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ, ਇਸ ਕਵਿਤਾ ਵਿੱਚ ਕਵੀ ਦੀਆਂ ਕਿਹੜੀਆਂ ਜਿਹੜੀਆਂ ਫੀਲਿੰਗਸ ਨੇ ਉਹ ਆਪਣੀਆਂ ਕਵੀ ਨੇ ਜਿਹੜੀ ਅੱਖਰਾਂ ਵਿੱਚ ਪਰੋ ਕੇ ਸ਼ਬਦਾਂ ਰਾਹੀਂ ਬਿਆਨ ਕੀਤੀਆਂ ਨੇ। ਤੇ ਇਹ ਜਿਹੜੀ ਛੋਟੀਆਂ ਸ਼੍ਰੇਣੀਆਂ ਵਿੱਚ ਭਾਵ ਸੁੰਦਰਤਾ ਅਤੇ ਵੱਡੀਆਂ ਸ਼੍ਰੇਣੀਆਂ ਵਿੱਚ ਜਿਹੜੀ ਭਾਵ ਸੁੰਦਰਤਾ ਦੇ ਨਾਲ ਨਾਲ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਅਨੁਪ੍ਰਾਸਾਂ, ਅਲੰਕਾਰਾਂ, ਸ਼ਬਦ ਸ਼ਕਤੀਆਂ ਆਦਿ ਵੱਲ ਵੀ ਧਿਆਨ ਦੇਣ, ਆਦਿ ਦੀਆਂ ਵੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਤੇ ਉਹਨਾਂ ਦੇ ਜਿਹੜੇ ਸਹੀ ਅਰਥਾਂ ਵਿੱਚ ਜਿਵੇਂ ਵਰਤੋਂ ਕਿਵੇਂ ਕੀਤੀ ਜਾ ਸਕਦੀ ਉਹਦੀ ਵੀ ਜਿਹੜੀ ਜਾਣਕਾਰੀ ਉਹ ਵਿਦਿਆਰਥੀਆਂ ਨੂੰ ਜ਼ਰੂਰ ਦਿੱਤੀ ਜਾਵੇ। ਤੇ ਇਹੋ ਜਿਹੀ ਕਿਰਿਆ ਸਾਵਧਾਨੀ ਤੇ ਕੁਸ਼ਲਤਾ ਨਾਲ ਹੋਣੀ ਚਾਹੀਦੀ ਹੈ, ਜਿਵੇਂ ਕਵਿਤਾ ਪਾਠ, ਕਵਿਤਾ ਦਾ ਰਸ ਜਾਂ ਅਲੰਕਾਰ ਦਾ ਪਾਠ, ਇਹ ਸਭ ਕੁਝ ਵਿਦਿਆਰਥੀਆਂ ਨੂੰ ਕਵਿਤਾ ਦੀ ਪੂਰਨ ਸੁੰਦਰਤਾ ਬਣਾਈ ਰੱਖ ਕੇ ਜਿਹੜਾ ਇਹ ਵਾਚਨ ਉਹ ਕਰਨਾ ਚਾਹੀਦਾ ਹੈ। ਤੇ ਇਸ ਵਿੱਚ ਜਿਹੜੇ ਕੁਝ ਖਾਸ ਤੱਤ ਨੇ, ਸਾਨੂੰ ਸੁੰਦਰਤਾ ਦਾ ਬੋਧ, ਜਦੋਂ ਆਪਾਂ ਸੁੰਦਰਤਾ ਬੋਧ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਈ ਜਿਹੜੇ ਖਾਸ ਤੱਤ ਹੁੰਦੇ ਹਨ, ਖਾਸ ਤੱਤਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਉਹ ਕਿਹੜੇ ਤੱਤ ਨੇ ਜਿਹਦਾ ਸਾਨੂੰ ਧਿਆਨ ਰੱਖਣਾ ਚਾਹੀਦਾ? ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਧੁਨੀ ਸੁੰਦਰਤਾ ਦੀ। ਧੁਨੀ ਸੁੰਦਰਤਾ ਦੀ ਗੱਲ ਕਰਦੇ ਹਾਂ ਕਿ ਧੁਨੀ ਸੁੰਦਰਤਾ ਦਾ ਕਿਵੇਂ
ਕਿਵੇਂ ਧਿਆਨ ਰੱਖਣਾ ਚਾਹੀਦਾ ਹੈ। ਕਵਿਤਾ ਵਿੱਚ ਜੋ ਅਨੁਪ੍ਰਾਸ, ਅਲੰਕਾਰ ਆਦਿ ਆਉਂਦੇ ਨੇ, ਅਧਿਆਪਕ ਨੂੰ ਇਸ ਵੱਲ ਜ਼ਰੂਰ ਸੰਕੇਤ ਕਰਨਾ ਚਾਹੀਦਾ ਹੈ ਜਾਂ ਜ਼ਰੂਰ ਇਸ ਵੱਲ ਜਿਹੜਾ ਧਿਆਨ ਹੈ ਉਹ ਬੱਚਿਆਂ ਦਾ ਦਿਵਾਉਣਾ ਚਾਹੀਦਾ ਹੈ। ਇਹਨਾਂ ਵਿੱਚ ਧੁਨੀ ਦੀ ਸੁੰਦਰਤਾ ਵਿਸ਼ੇਸ਼ ਦੇਖਣਯੋਗ ਹੁੰਦੀ ਹੈ, ਕਿਉਂਕਿ ਕਵਿਤਾ ਨੂੰ ਪੜ੍ਹਦੇ ਪੜ੍ਹਦੇ ਜਿਵੇਂ ਅਸੀਂ ਅਨੁਪ੍ਰਾਸਾਂ ਦੀ ਗੱਲ ਕੀਤੀ ਹੈ ਕਿ ਹਰ ਅਨੁਪ੍ਰਾਸ ਦੀ ਜਿਹੜੇ ਵੱਖ-ਵੱਖ ਤਰੀਕਾ ਹੁੰਦਾ ਪੜ੍ਹਨ ਦਾ, ਤਾਂ ਖਾਸ ਕਰਕੇ ਜਿਹੜਾ ਅਸੀਂ ਅਨੁਪ੍ਰਾਸ ਅਲੰਕਾਰ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਅਸੀਂ ਉਹਨੂੰ ਇੱਕ ਪ੍ਰੋਪਰ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾ ਸਕੀਏ ਤੇ ਅਸੀਂ ਕਵਿਤਾ ਦੀ ਜਿਹੜੀ ਸੁੰਦਰਤਾ ਹੈ ਉਹ ਧੁਨੀ ਦੀ ਸੁੰਦਰਤਾ ਜਿਹੜੀ ਬਣਾਈ ਰੱਖੀਏ। ਅੱਗੇ ਆਪਾਂ ਗੱਲ ਕਰਦੇ ਹਾਂ ਵਿਚਾਰ ਸੁੰਦਰਤਾ ਦੀ। ਵਿਚਾਰ ਸੁੰਦਰਤਾ, ਵਿਚਾਰ ਸੁੰਦਰਤਾ ਦੀ ਕੀ ਗੱਲ ਹੁੰਦੀ ਆ? ਵਿਚਾਰ ਸੁੰਦਰਤਾ ਕਵੀ ਦੇ ਕਿਹੜੇ-ਕਿਹੜੇ ਵਿਚਾਰ ਸੁੰਦਰਤਾ ਪੂਰਨ ਹਨ, ਇਹਦਾ ਵੀ ਜਿਹੜਾ ਵਿਸ਼ੇਸ਼ ਆ ਉਹ ਧਿਆਨ ਰੱਖਣਾ ਚਾਹੀਦਾ। ਕਵੀ ਦੇ ਵਿਚਾਰਾਂ ਵਿੱਚ ਕੀ ਜਿਹੜੇ ਭਾਵ ਨੇ, ਕਿਹੜੀ ਉੱਥੇ ਸ਼ੈਲੀ ਆ, ਇਸ ਚੀਜ਼ ਦਾ ਖਾਸ ਧਿਆਨ ਰੱਖ ਕੇ ਜਿਹੜੇ ਬੱਚਿਆਂ ਨੂੰ ਕਵਿਤਾ ਪਾਠ ਕਰਵਾਇਆ ਜਾਵੇ। ਵਿਚਾਰਾਂ ਦੀ ਸੁੰਦਰਤਾ ਨਾਲ ਨਾਲ ਕੀ ਆ? ਸ਼ੈਲੀ ਦੀ ਸੁੰਦਰਤਾ, ਕਿਹੜੀ ਸ਼ੈਲੀ ਉਹਨੇ ਯੂਜ਼ ਕੀਤੀ ਹੈ, ਕੀ ਉਹਦੇ ਭਾਵ ਨੇ, ਇਹ ਸਾਰੀਆਂ ਕੁਛ ਕੀ ਚੀਜ਼ਾਂ ਨੇ ਸਾਨੂੰ ਸੁੰਦਰਤਾ ਬੋਧ ਵਿੱਚ ਜਿਹੜੀਆਂ ਧਿਆਨ ਰੱਖਣੀਆਂ ਜ਼ਰੂਰੀ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਕਲਪਨਾ ਸੁੰਦਰਤਾ ਦੀ। ਕਲਪਨਾ ਸੁੰਦਰਤਾ ਦੀ, ਕਿਉਂਕਿ ਜਿਹੜੀ ਕਵਿਤਾਵਾਂ ਨੇ ਉਹ ਕਲਪਨਾ ਉੱਤੇ ਵਧੇਰੇ ਆਧਾਰਿਤ ਹੁੰਦੀਆਂ ਨੇ। ਬਹੁਤ ਸਾਰੀਆਂ ਕਵਿਤਾ ਹੁੰਦੀਆਂ ਨੇ ਜਿਹਦੇ ਵਿੱਚ ਰਿਐਲਿਟੀ ਦੱਸੀ ਹੁੰਦੀ ਆ, ਕੋਈ ਮੈਸੇਜ ਦਿੱਤਾ ਹੁੰਦਾ ਵਾ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਕਵਿਤਾਵਾਂ ਹੁੰਦੀਆਂ ਨੇ ਉਹ ਕਲਪਨਾ ਤੇ ਬਹੁਤ ਆਧਾਰਿਤ ਹੁੰਦੀਆਂ ਨੇ। ਉੱਥੇ ਜਿਹੜੀ ਕਵੀ ਦੀ ਜਿਹੜੀ ਕਲਪਨਾ ਗੀ ਉਹਦਾ ਜਿਹੜਾ ਉਸਾਰਨ ਆ ਉਹ ਕੀਤਾ ਗਿਆ ਹੁੰਦਾ ਗਾ। ਤਾਂ ਕਲਪਨਾ ਹੁੰਦੀ ਹੈ ਜਿਹੜੀ ਉਹ ਕਵਿਤਾ ਦੀ ਆਪਾਂ ਜਾਨ ਮੰਨ ਸਕਦੇ ਹਾਂ ਕਿ ਕਲਪਨਾ ਕਵਿਤਾ ਦੀ ਜਾਨ ਹੁੰਦੀ ਆ। ਅਧਿਆਪਕ ਨੂੰ ਚਾਹੀਦਾ ਕਿ ਉਹ ਅਮੂਰਤ ਤੇ ਕਲਪਨਾ ਪ੍ਰਧਾਨ ਭਾਵਾਂ ਦੀ ਜਿਹੜੀ ਸਪਸ਼ਟ ਵਿਆਖਿਆ ਹੈ ਉਹਨਾਂ ਦੀ ਸਪਸ਼ਟ ਵਿਆਖਿਆ ਕੀਤੀ ਜਾਣੀ ਬਹੁਤ ਜ਼ਰੂਰੀ ਹੈ, ਤਾਂ ਜੋ ਅਸੀਂ ਕਵਿਤਾ ਦੀ ਜਿਹੜੀ ਸੁੰਦਰਤਾ ਉਹ ਬਣਾਈ ਰੱਖੀਏ। ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਸੁੰਦਰਤਾ ਦਾ ਜਿਹੜਾ ਬੋਧ ਉਹ ਕਰਾਇਆ ਜਾਵੇ ਕਿ ਕਿਵੇਂ ਅਸੀਂ ਕਵਿਤਾ ਦੀ ਜਿਹੜੀ ਸੁੰਦਰਤਾ ਉਸਨੂੰ ਬਰਕਰਾਰ ਰੱਖ ਸਕਦੇ ਹਾਂ। ਅੱਗੇ ਆਪਾਂ 6th ਪੁਆਇੰਟ ਦੀ ਗੱਲ ਕਰਦੇ ਹਾਂ, ਦੂਜਾ ਆਦਰਸ਼ ਵਾਚਨ। ਆਪਾਂ 6th ਪੁਆਇੰਟ ਦੀ ਗੱਲ ਕਰਾਂਗੇ, ਦੂਜਾ ਆਦਰਸ਼ ਵਾਚਨ। ਦੂਜਾ ਆਦਰਸ਼ ਵਾਚਨ ਤੋਂ ਕੀ ਮਤਲਬ ਹੈ ਕਿ ਇਸ ਚਰਨ ਵਿੱਚ ਅਧਿਆਪਕ ਨੂੰ ਕਵਿਤਾ ਦੇ ਦੁਆਰਾ ਜਿਹੜੇ ਭਾਵ ਨੇ, ਦੁਆਰਾ ਜਿਹੜੀ ਉਹਦੀ ਸ਼ੈਲੀ ਹੈ ਉਹਦੇ ਵਿੱਚ ਇਕਾਗਰਤਾ ਲਿਆਉਣ ਲਈ ਜਿਹੜਾ ਆਦਰਸ਼ ਵਾਚਨ ਉਹ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਅਨੁਕਰਨ ਪਾਠ ਕਰਵਾਇਆ ਜਾਵੇ। ਜੋ ਅਧਿਆਪਕ ਹੈ ਉਹਦਾ ਫਰਜ਼ ਬਣਦਾ ਹੈ ਕਿ ਉਹ ਅੱਗੇ ਕਵਿਤਾ ਦਾ ਜਿਹੜਾ ਪਾਠ ਕਰਨ ਔਰ ਬੱਚਿਆਂ ਨੂੰ ਜਿਹੜਾ ਵਿਦਿਆਰਥੀਆਂ ਨੂੰ ਮੋਟੀਵੇਟ ਕਰਨ ਕਿ ਉਹ ਅਧਿਆਪਕ ਦੇ ਜਿਹੜਾ ਪਿੱਛੇ ਉਹਦਾ ਅਨੁਕਰਨ ਵਾਚਨ ਕਰਨ, ਉਹਦੇ ਪਿੱਛੇ ਬੋਲਣ, ਤਾਂ ਜੋ ਉਹ ਕਵਿਤਾ ਦੇ ਜਿਹੜੇ ਡੂੰਘਾਈ ਤੱਕ ਉਹ ਜਾ ਸਕਣ ਔਰ ਕਵਿਤਾ ਦੀ ਜਿਹੜੀ ਸੁੰਦਰਤਾ ਉਹ ਬਰਕਰਾਰ ਰਹਿ ਸਕੇ। ਅੱਗੇ ਆਪਾਂ ਗੱਲ ਕਰਦੇ ਹਾਂ ਸੁੰਦਰਤਾ ਬੋਧਾਤਮਿਕ ਕੌਸ਼ਲ। सुंदरता बौद्धात्मिक पर्शन। सुंदरता बौद्धात्मिक पर्शन तो की मतलब है कि ये पता करने लिए कि बच्चा ने कविता की जिहड़ी भाव सुंदरता है वो उसका बोध किस सीमा तक किया है, तो बच्चों उस कविता के नाल जो कविता का पाठ करवाया गया, जो कविता का वाचन करवाया गया, अध्यापक द्वारा जो व्याख्या कविता की करवाई गई है उहदे रिगार्डिंग जिहड़े कुछ वो प्रश्न पूछे जा सकन, तां जो बच्चों की समझ का पता लग सके कि जिहड़े विद्यार्थियों ने इस कविता को किस हद तक समझा है, किहड़ी गल है जिहड़ी बच्चों को नहीं समझ आ रही, कित्थों नहीं समझ आ रही, तो असीं उसनूं फिर किस तरीके नाल जिहड़े बच्चों को समझा सकते हैं। तो सुंदरता बौद्धात्मिक जिहड़े प्रश्न वो कविता की सुंदरता की बोध के नाल रिगार्डिंग क्वेश्चन हो सकते हैं, वो समय समय सिर जिहड़े अध्यापक द्वारा पूछे जाने जरूरी है, जो असीं विद्यार्थियों को जिहड़ी कविता का वाचन और कविता के जिहड़े उद्देश ने उन्होंने चंगी तरह प्रदान कर सकीए। अगे आ गई गल रचनात्मक कार्य, अपना इहदा 8th पॉइंट है, लास्ट पॉइंट है रचनात्मक कार्य। रचनात्मक कार्य तो
की भाव है रचना करना। रचनात्मक कार्य ਜਿਹੜਾ कविता ਤੇ आधारित कुछ प्रश्न विद्यार्थियों ਨੂੰ ਘਰੋਂ ਕਰਕੇ घरों ਕਰਨ ਲਈ ਕਹੇ ਜਾਣ ਕਿ ਵਿਦਿਆਰਥੀ ਕਵਿਤਾ ਦੇ ਕਿਹੜੇ ਪ੍ਰਸ਼ਨ ਜਿਹੜੇ ਘਰੋਂ ਆਪਣੇ ਆਪ ਉਹਨਾਂ ਦਾ ਆਨਸਰ ਕਰਕੇ ਆਉਣਗੇ। ਇਸ ਨਾਲ ਕੀ ਹੁੰਦਾ कि ਜਿਹੜੇ ਵਿਦਿਆਰਥੀਆਂ ਦੀਆਂ ਰਚਨਾਤਮਕ ਰੁਚੀਆਂ ਹੁੰਦੀਆਂ ਨੇ ਉਹਨਾਂ ਦਾ ਵਿਕਾਸ ਹੁੰਦਾ ਹੈ। ਕਵਿਤਾ ਦੇ ਜਿਹੜੇ ਮਹੱਤਵਪੂਰਨ ਗੁਣ ਆ ਅਗਰ ਅਸੀਂ ਉਹਨਾਂ ਨੂੰ ਜ਼ਬਾਨੀ ਯਾਦ ਕਰਨ ਲਈ ਕਹਾਂਗੇ ਕਿ ਕਵਿਤਾ ਦੇ ਕਿਹੜੇ ਗੁਣ ਹੈ ਜਾਂ ਫਿਰ ਕਵਿਤਾ ਦਾ ਜਿਹੜਾ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜਿਹੜਾ ਕਵੀ ਜਾਂ ਫਿਰ ਕਵੀ ਨੇ ਕਿਹੜੀ ਸ਼ੈਲੀ ਦੀ ਜਿਹੜੀ ਇਸ ਵਿੱਚ ਵਰਤੋਂ ਕੀਤੀ ਹੈ। ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਆਪਾਂ ਵਿਦਿਆਰਥੀਆਂ ਨੂੰ ਲਿਖਣ ਲਈ ਵੀ ਕਹਿ ਸਕਦੇ ਹਾਂ ਜਾਂ ਫਿਰ ਜ਼ਬਾਨੀ ਯਾਦ ਕਰਨ ਲਈ ਕਹਿ ਸਕਦੇ ਹਾਂ। ਇੱਥੇ ਭਾਵ ਦੀ ਕੋਈ ਜਿਹੜੀ ਦੂਸਰੀ ਕਵਿਤਾ ਦੀ ਇਹਦੇ ਨਾਲ ਮਿਲਦੀ ਜੁਲਦੀ ਜਿਹਦੇ ਵਿੱਚ ਇਹੀ ਭਾਵ ਵਰਤਿਆ ਗਿਆ ਹੋਵੇ ਜਾਂ ਸੇਮ ਸ਼ੈਲੀ ਦੀ ਕੋਈ ਹੋਰ ਮਿਲਦੀ ਜੁਲਦੀ ਜਿਹੜੀ ਕਵਿਤਾ ਗਾ ਅਸੀਂ ਉਹਨੂੰ ਲੱਭਣ ਲਈ ਵੀ ਕਹਿ ਸਕਦੇ ਹਾਂ। ਤਾਂ ਜਿਹੜੇ ਵਿਦਿਆਰਥੀ ਇਹਦੇ ਵਿੱਚ ਵਿਦਿਆਰਥੀਆਂ ਦੀ ਜਿਹੜੀ ਰਚਨਾਤਮਕ ਰੁਚੀਆਂ ਨੇ ਉਹਨਾਂ ਦਾ ਵਿਕਾਸ ਹੁੰਦਾ ਹੈ। ਰਚਨਾਤਮਕ ਰੁਚੀਆਂ ਜਦੋਂ ਵਿਦਿਆਰਥੀ ਸੇਮ ਕਵਿਤਾ ਸੇਮ ਭਾਵਾਂ ਦੀ ਕਵਿਤਾ ਲੱਭਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਜਿਹੜੀ ਕਵਿਤਾ ਦੀ ਸੁੰਦਰਤਾ ਕਵਿਤਾ ਦੀ ਜਿਹੜੀ ਭਾਵ ਆ ਜਿਹੜਾ ਕਵਿਤਾ ਦੀ ਜਿਹੜੀ ਕਲਪਨਾ ਹੈਗੀ ਆ ਇਹ ਸਭ ਜਿਹੜੀਆਂ ਚੀਜ਼ਾਂ ਨੇ ਇਹੋ ਜਿਹੇ ਤੱਤਾਂ ਤੋਂ ਉਹ ਜਾਣੂ ਹੋਣਗੇ। ਇਹੋ ਜਿਹੇ ਤੱਤਾਂ ਤੋਂ ਜਾਣੂ ਹੋਣ ਨਾਲ ਉਹਨਾਂ ਨੂੰ ਜਿਹੜੀ ਜਾਣਕਾਰੀ ਹੈ ਕਵਿਤਾ ਬਾਰੇ ਉਹ ਮਿਲਦੀ ਰਹੂਗੀ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਟੈਪ ਬਾਏ ਸਟੈਪ ਕੰਮ ਕਰਨ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਦੀਆਂ ਜਿਹੜੀਆਂ ਰਚਨਾਤਮਕ ਰੁਚੀਆਂ ਨੇ ਉਹਨਾਂ ਦਾ ਜਿਹੜਾ ਵਿਕਾਸ ਹੈ ਉਹ ਵਧੇਰੇ ਹੁੰਦਾ ਹੈ। ਸੋ ਅੱਜ ਦੇ ਟੌਪਿਕ ਵਿੱਚ ਆਪਣਾ ਜਿਹੜਾ ਪੋਇਟਰੀ ਦਾ ਟੌਪਿਕ ਲਿਆ ਸੀ ਆਪਾਂ ਨੇ ਟੀਚਿੰਗ ਮੈਥਡ ਆਫ ਪੋਇਟਰੀ ਦਾ ਉਹ ਕੰਪਲੀਟ ਹੋ ਰਿਹਾ ਹੈਗਾ। ਜਿਵੇਂ ਪਿਛਲੇ ਲੈਕਚਰ ਵਿੱਚ ਆਪਾਂ ਉਹਦੀਆਂ ਵਿਧੀਆਂ ਦੀ ਗੱਲ ਕੀਤੀ ਸੀ ਇੱਥੇ ਆਪਾਂ ਸਟੈਪ ਦੀ ਗੱਲ ਕੀਤੀ ਆ ਕਿ ਕਿਹੜੇ ਸਟੈਪਸ ਨੇ ਜਿਹਦੇ ਨਾਲ ਆਪਾਂ ਸਟੈਪ ਬਾਏ ਸਟੈਪ ਕਵਿਤਾ ਨੂੰ ਪੜ੍ਹਾ ਸਕਦੇ ਹਾਂ। ਜਿਹਦੇ ਵਿੱਚ ਆਪਾਂ ਫਸਟ ਸਟੈਪ ਇੰਟਰੋਡਕਸ਼ਨ ਦਾ ਕੀਤਾ ਕਿ ਆਪਾਂ ਇੰਟਰੋਡਕਸ਼ਨ ਦੇਣੀ ਆ ਕਵਿਤਾ ਦੀ ਕਿਹੜੇ ਪੱਖ ਦੀ ਜਿਹੜੀ ਇੰਟਰੋਡਕਸ਼ਨ ਦੇ ਸਕਦੇ ਹਾਂ ਕਵੀ ਨਾਲ ਜਿਹੜੀ ਇੰਟਰੋਡਕਸ਼ਨ ਕਰਵਾ ਸਕਦੇ ਹਾਂ ਜਿਹੜਾ ਦਾ ਮੁੱਖ ਵਿਸ਼ਾ ਜਾਂ ਫਿਰ ਜਿਹੜਾ ਕੇਂਦਰੀ ਵਿਸ਼ਾ ਉਹਦੀ ਜਿਹੜੀ ਜਾਣ ਪਹਿਚਾਣ ਆ ਅਰਥ ਬੋਧ ਵਿਧੀ ਆ ਜਿਹੜੀ ਉਹਦੇ ਅਰਥ ਦੱਸ ਕੇ ਭਾਸ਼ਣ ਪੁੱਛ ਕੇ ਜਾਂ ਫਿਰ ਮੂਲ ਕਵਿਤਾ ਦੇ ਜਿਹੜੇ ਪਾਠ ਦੁਆਰਾ ਔਰ ਇਹ ਵਿਧੀ ਜਿਹੜੀ ਪ੍ਰੋਫੈਸਰ ਹੈਡੋ ਨੇ ਸਭ ਤੋਂ ਵਧੀਆ ਵਿਧੀ ਮੰਨੀ ਹੈ। ਅੱਗੇ ਕਵਿਤਾ ਦਾ ਵਾਚਨ ਕਰਵਾ ਕੇ ਅਧਿਆਪਕ ਦੁਆਰਾ ਵਾਚਨ ਕਰਕੇ ਭਾਵ ਪ੍ਰੀਖਿਆ ਫਿਰ ਆਤਮੀਕਰਨ ਵਿਚਾਰਾਂ ਦਾ ਵਿਸ਼ਲੇਸ਼ਣ ਕਰਕੇ ਸੁੰਦਰਤਾ ਬੋਧ ਜਿਹਦੇ ਵਿੱਚ ਧੁਨੀ ਸੁੰਦਰਤਾ ਵਿਚਾਰ ਸੁੰਦਰਤਾ ਸ਼ੈਲੀ ਸੁੰਦਰਤਾ ਤੇ ਕਲਪਨਾ ਸੁੰਦਰਤਾ ਦਾ ਜਿਹੜਾ ਗਿਆਨ ਉਹ ਬੱਚਿਆਂ ਨੂੰ ਦਿੱਤਾ ਜਾਵੇ। ਫਿਰ ਅੱਗੇ ਦੂਜਾ ਆਦਰਸ਼ ਵਾਚਨ ਕਿ ਦੁਆਰਾ ਤੋਂ ਕੀ ਉਹਦਾ ਬੱਚਿਆਂ ਨੂੰ ਇੱਕ ਵਾਰੀ ਟੀਚਰ ਦੁਆਰਾ ਆਦਰਸ਼ ਵਾਚਨ ਕੀਤਾ ਜਾਵੇ ਤੇ ਜਿਹੜੇ ਵਿਦਿਆਰਥੀ ਆ ਉਹਨਾਂ ਤੋਂ ਜਿਹੜਾ ਅਨੁਕਰਨ ਵਾਚਨ ਉਹ ਕਰਵਾਇਆ ਜਾਵੇ ਤਾਂ ਜੋ ਕਵਿਤਾ ਦਾ ਜਿਹੜਾ ਮੈਸੇਜ ਹੈ ਜਿਹੜੇ ਕਵਿਤਾ ਦਾ ਮੇਨ ਮੰਤਵ ਆ ਜਾਂ ਫਿਰ ਕਵਿਤਾ ਦੇ ਜਿਹੜੇ ਉਦੇਸ਼ ਨੇ ਉਹ ਅਸੀਂ ਪੂਰੇ ਕਰ ਸਕੇ। ਸੁੰਦਰਤਾ ਬੋਧਾਤਮਿਕ ਭਾਸ਼ਣ ਉਹਨਾਂ ਨੂੰ ਕੁਝ ਭਾਵਾਂ ਦੇ ਰਿਗਾਰਡਿੰਗ ਜਾਂ ਸ਼ੈਲੀ ਦੇ ਰਿਗਾਰਡਿੰਗ ਭਾਸ਼ਣ ਪੁੱਛ ਕੇ ਜਾਂ ਫਿਰ ਰਚਨਾਤਮਕ ਕਾਰਜ ਜਿਵੇਂ ਉਹਨਾਂ ਨੂੰ ਘਰ ਦਾ ਕੰਮ ਦੇਣਾ ਕਿ ਤੁਸੀਂ ਕਵਿਤਾ ਬਾਰੇ ਕੁਝ ਭਾਸ਼ਣ ਦਿੱਤੇ ਉਹਦੇ ਆਨਸਰ ਕਰਕੇ ਆਉਣੇ ਆ ਜਾਂ ਫਿਰ ਉਹਨਾਂ ਨੇ ਕਿਸੇ ਭਾਵਾਂ ਦੀ ਜਿਹੜੀ ਜ਼ੁਬਾਨੀ ਉਹ ਯਾਦ ਕਰਕੇ ਆਉਣੇ ਆ। ਤਾਂ ਇਹ ਸਾਰੀਆਂ ਜਿਹੜੀਆਂ ਸਟੈਪਸ ਨੇ ਇਹ ਇੱਕ ਕਵਿਤਾ ਦੇ ਜਿਹੜੇ ਉਦੇਸ਼ ਨੇ ਉਹ ਪੂਰੇ ਕਰਨ ਵਾਸਤੇ ਔਰ ਕਵੀ ਦਾ ਜਿਹੜਾ ਕਵਿਤਾ ਲਿਖਣ ਦਾ ਕੀ ਮੋਟਿਵ ਹੈ ਔਰ ਕਵਿਤਾ ਦੇ ਜਿਹੜੇ ਪੂਰੇ ਤੱਤਵ ਹੈ ਅਸੀਂ ਉਹਨਾਂ ਦੀ ਬੱਚਿਆਂ ਨਾਲ ਜਾਣ ਪਹਿਚਾਣ ਕਿਵੇਂ ਕਰਵਾ ਸਕਦੇ ਹਾਂ ਬੱਚਿਆਂ ਨੂੰ ਉਹਨਾਂ ਬਾਰੇ ਜਿਹੜਾ ਕਿਸ ਤਰੀਕੇ ਨਾਲ ਅਸੀਂ ਦੱਸ ਸਕਦੇ ਹਾਂ ਤਾਂ ਜੋ ਉਹ ਕਵਿਤਾ ਬਾਰੇ ਪ੍ਰੋਪਰ ਜਾਣਕਾਰੀ ਲੈ ਸਕਣ ਔਰ ਕਵਿਤਾ ਵਿੱਚ ਆਪਣਾ ਜਿਹੜਾ ਇੰਟਰਸਟ ਆ ਕਵਿਤਾ ਪੜ੍ਹਨ ਵਿੱਚ ਆਪਣੀ ਜਿਹੜੀ ਰੁਚੀ ਆ ਉਹ ਬਰਕਰਾਰ ਰੱਖਣ ਸਕਣ ਔਰ ਆਪਣਾ ਜਿਹੜਾ ਰਚਨਾਤਮਕ ਪੱਖ ਹੈ ਉਹਨਾਂ ਦਾ ਜਿਹੜਾ ਰਚਨਾਤਮਕ ਰੁਚੀਆਂ ਉਹਨਾਂ ਦਾ ਜਿਹੜਾ ਵਿਕਾਸ ਹੈ ਉਹ ਵੱਧ ਤੋਂ ਵੱਧ ਹੋ ਸਕੇ। ਤੇ ਸੋ ਆਪਣਾ ਜਿਹੜਾ ਅੱਜ ਦਾ ਪੋਇਟਰੀ ਦਾ ਟੌਪਿਕ ਸੀਗਾ ਕਿ ਕਵਿਤਾ ਪਾਠ ਦਾ ਜਿਹੜਾ ਟੌਪਿਕ ਸੀਗਾ ਕਿਵੇਂ ਕਰਵਾ ਸਕਦੇ ਹਾਂ ਕਿਹੜੇ ਸਟੈਪ ਰਾਹੀਂ ਕਰਵਾ ਸਕਦੇ ਹਾਂ ਉਹ ਅੱਜ ਆਪਣਾ ਕੰਪਲੀਟ ਹੋ ਰਿਹਾ ਹੈਗਾ। ਤਾਂ ਨੈਕਸਟ ਲੈਕਚਰ ਵਿੱਚ ਆਪਾਂ ਇੱਕ ਪ੍ਰੋਜ਼ ਦੀ ਗੱਲ ਕਰਾਂਗੇ ਕਿ ਜਿਹੜਾ ਵਾਰਤਕ ਹੈ ਉਹਨੂੰ ਅਸੀਂ ਕਿਵੇਂ ਪੜ੍ਹਾ ਸਕਦੇ ਹਾਂ ਉਹਦੇ ਕੀ ਉਦੇਸ਼ ਨੇ। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਇੱਥੇ ਹੀ ਕੰਪਲੀਟ ਹੋ ਰਿਹਾ। ਨੈਕਸਟ ਲੈਕਚਰ ਵਿੱਚ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਆਵਾਂਗੇ। ਸੋ ਅੱਜ ਲਈ ਇੰਨਾ ਹੀ। ਧੰਨਵਾਦ। ਹੈਵ ਅ ਨਾਈਸ